ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਪਾਵਕ ਸਾਗਰ ਥਾਹ ਲਹਿਰ ਮਹਿ, ਤਾਰਹੁ ਤਾਰਨ ਹਾਰੇ। ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ। ਗੁਰਤਾ ਗੱਦੀ ਉੱਪਰ ਸੁਭਾਈਮਾਨ, ਸ਼ਬਦਾ ਅਵਤਾਰ ਕਲਯੁਗ ਦੇ ਤਾਰਨਹਾਰ। ਮਨ ਦੀਆਂ ਭਾਵਨਾਵਾਂ ਪੂਰੀਆਂ ਕਰਨ ਵਾਲੇ ਅੰਤਰਜਾਮੀ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਤਿਨਾਂ ਦੀ ਹਜ਼ੂਰੀ ਵਿੱਚ ਹਾਜ਼ਰੀ ਨੂੰ ਗੁਰੂ ਰੂਪ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਾਡੇ ਕਲਯੁਗੀ ਜੀਵਾਂ 'ਤੇ ਹੋਈ ਹੈ, ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਸਤਿਗੁਰੂ ਦੀ ਬਾਣੀ ਨਾਲ ਜੁੜਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਪਾਂ ਅੱਗੇ ਵੀ ਵਿਚਾਰਾਂ ਕਰਦੇ ਹੁੰਦੇ ਹਾਂ, ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਦੀ ਬਖਸ਼ਿਸ਼ ਹੋਈ, ਕਿਰਪਾ ਹੋਈ ਹੈ। ਮਿੱਠੀ ਬਾਣੀ ਅੰਮ੍ਰਿਤ ਧਾਰ, ਜਿਨ ਪੀਤੀ ਤਿਨ ਮੋਖ ਦਵਾਰ। ਮਿੱਠੀ ਬਾਣੀ ਅੰਮ੍ਰਿਤਮਈ ਨਾਲ ਜੁੜਨ ਦਾ, ਅੰਮ੍ਰਿਤਮਈ ਬਾਣੀ ਨਾਲ ਜੁੜਨ ਦਾ ਸੁਭਾਗੀ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲਾ ਹੀ ਕਿਉਂ ਮਹਾਨ ਕਿਹਾ ਹੈ? ਅੰਮ੍ਰਿਤ ਵੇਲੇ ਜੁੜਨ ਦਾ ਫਲ ਜ਼ਿਆਦਾ ਕਿਉਂ ਹੈ? ਕਿਉਂਕਿ ਜਿਹੜਾ ਅੰਮ੍ਰਿਤ ਵੇਲਾ ਹੈ, ਇਸ ਵੇਲੇ ਵਿੱਚ ਸਾਰਾ ਸੰਸਾਰ ਹੀ ਸੁੱਤਾ ਪਿਆ ਹੈ, ਪਰ ਜਾਗਦੇ ਕੌਣ ਹੈ? ਭਿੰਨੀ ਰਹਿਣੜੀਏ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦਾ ਜਾਗੈ, ਨਾਮ ਸਿਮਰੈ ਅਨੰਦਨੋ। ਚਰਨ ਕਮਲ ਧਿਆਨ ਹਿਰਦੈ, ਪ੍ਰਭ ਬਿਸਰ ਨਾਹੀ ਇੱਕ ਖਿਨੋ। ਜਿਨ੍ਹਾਂ ਨੂੰ ਪਰਮਾਤਮਾ ਚੇਤੇ ਹੈ ਉਹ ਅੰਮ੍ਰਿਤ ਵੇਲੇ ਜਾਗਦੇ ਆ। ਨਹੀਂ ਤੇ ਆਪਾਂ ਦੇਖਦੇ ਹਾਂ, ਜਦੋਂ ਸਵੇਰ ਦਾ ਸਮਾਂ ਹੁੰਦਾ ਹੈ ਅੰਮ੍ਰਿਤ ਵੇਲੇ ਦਾ, ਉਦੋਂ ਜ਼ਿਆਦਾ ਨੀਂਦ ਆਉਂਦੀ ਹੈ। ਜ਼ਿਆਦਾ ਨੀਂਦ ਆਉਂਦੀ, ਅੱਧਾ ਘੰਟਾ ਹੋਰ ਸੌਂ ਲਈਏ, 15 ਮਿੰਟ ਹੋਰ ਸੌਂ ਲਈਏ। ਕਿਉਂ? ਕਿਉਂਕਿ ਅੰਮ੍ਰਿਤ ਵੇਲੇ ਉੱਠਣਾ ਸ਼ੇਰ ਨਾਲ ਜੰਗ ਕਰ ਲਿਆ ਇੱਕ ਬਰਾਬਰ ਹੈ। ਇੱਕ ਪਾਸੇ ਸ਼ੇਰ ਨਾਲ ਲੜ ਲਿਆ ਤੇ ਇੱਕ ਪਾਸੇ ਅੰਮ੍ਰਿਤ ਵੇਲੇ 3 ਵਜੇ 4 ਵਜੇ ਉੱਠ ਖੜੇ, ਇੱਕ ਬਰਾਬਰ ਹੈ। ਤੇ ਅੰਮ੍ਰਿਤ ਵੇਲੇ ਜਾਗਦੇ ਉਹ ਹੈ ਜਿਨ੍ਹਾਂ ਨੂੰ ਪਰਮਾਤਮਾ ਨਾਲ ਪਿਆਰ ਹੈ। ਤਾਰੇ ਰਹਿੰਦੇ ਕੌਣ ਜਾਗਦੇ? ਜਿਹੜੇ ਪਰਮਾਤਮਾ ਨਾਲ ਪ੍ਰੀਤ ਕਰਦੇ, ਪਿਆਰ ਕਰਦੇ। ਭਿੰਨੀ ਰਹਿਣੜੀਏ ਚਮਕਣ ਤਾਰੇ, ਜਾਗੈ ਸੰਤ ਜਨਾ ਮੇਰੇ ਰਾਮ ਪਿਆਰੇ। ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਪਰਮਾਤਮਾ ਨੂੰ ਪ੍ਰੀਤ ਕਰਨ ਵਾਲੇ ਉਹ ਜਾਗਦੇ ਆ। ਅੰਮ੍ਰਿਤ ਵੇਲਾ ਆਪਾਂ ਵਿਚਾਰ ਕਰਦੇ ਸੀ ਕਿਉਂ ਮਹਾਨ ਹੈ? ਕਿਉਂਕਿ ਇਸ ਵੇਲੇ ਵਿੱਚ ਵਿਸ਼ਈ ਲੋਕਾਂ ਦੀਆਂ ਜਿਹੜੀਆਂ ਤਰੰਗਾਂ ਹੁੰਦੀਆਂ ਉਹ ਸ਼ਾਂਤ ਹੁੰਦੀਆਂ, ਤੇ ਜਿਹੜੇ ਨਾਮ ਜਪਣ ਵਾਲੀ ਰੂਹਾਂ ਹੈ, ਪਰਮਾਤਮਾ ਨੂੰ ਯਾਦ ਕਰਨ ਵਾਲੇ, ਉਹਨਾਂ ਦੀਆਂ ਜਿਹੜੀਆਂ ਤਰੰਗਾਂ ਹੈ ਉਹ ਬ੍ਰਹਿਮੰਡ ਵਿੱਚ ਵਰਤਦੀਆਂ ਹੁੰਦੀਆਂ, ਫਿਰ ਰਹੀਆਂ ਹੁੰਦੀਆਂ। ਤੇ ਉਸ ਸਮੇਂ ਫਿਰ ਪਰਮਾਤਮਾ ਦੇ ਚਰਨਾਂ ਨਾਲ ਛੇਤੀ ਮਨ ਜੁੜ ਜਾਂਦਾ ਹੈ, ਮਨ ਟਿਕਾਓ ਵਿੱਚ ਆ ਜਾਂਦਾ ਹੈ। ਰੌਲਾ ਰੱਪਾ ਨਹੀਂ ਹੁੰਦਾ ਸੰਸਾਰ ਵਿੱਚ, ਸਾਰਾ ਕੁਝ ਸ਼ਾਂਤ ਹੈ। ਫਿਰ ਜਿਵੇਂ ਜਿਵੇਂ ਦਿਨ ਚੜ੍ਹਨ ਲੱਗ ਪੈਂਦਾ, ਫਿਰ ਦੁਨੀਆ ਆਪਣੇ ਕੰਮੋਂ ਕਾਰ ਲੱਗ ਜਾਂਦੀ, ਰੌਲਾ ਰੱਪਾ ਵੱਧ ਜਾਂਦਾ ਹੈ। ਜਿੱਥੇ ਰੌਲਾ ਹੋਵੇ ਉੱਥੇ ਪਰਮਾਤਮਾ ਨਾਲ ਮਨ ਨਹੀਂ ਟਿਕਦਾ, ਮਨ ਨਹੀਂ ਜੁੜਦਾ। ਜਿੱਥੇ ਸ਼ਾਂਤ ਵਾਤਾਵਰਨ ਹੋਵੇ ਉਦੋਂ ਫਿਰ ਪਰਮਾਤਮਾ ਦੇ ਚਰਨਾਂ ਨਾਲ ਮਨ ਜੁੜ ਜਾਂਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ, ਚਿੜੀ ਚੌਹਕੀ ਬਾਣੀ ਤੋਂ ਬਾਹਰ ਹੈ ਪੰਕਤੀ। ਚਿੜੀ ਚੌਹਕੀ ਪਹੁਟੀ ਵਗਣ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਅੰਮ੍ਰਿਤ ਵੇਲੇ ਕੇਵਲ ਤੇ ਕੇਵਲ ਪਰਮਾਤਮਾ ਨੂੰ ਚੇਤੇ ਕਰਨ ਵਾਲੇ ਜਾਗਦੇ ਆ, ਤੇ ਫਿਰ ਉਦੋਂ ਮਨ ਸ਼ਾਂਤੀ ਵਿੱਚ ਆ ਜਾਂਦਾ, ਮਨ ਗੁਰੂ ਦੇ ਚਰਨਾਂ ਨਾਲ ਛੇਤੀ ਜੁੜ ਜਾਂਦਾ। ਇਸ ਕਰਕੇ ਅੰਮ੍ਰਿਤ ਵੇਲੇ ਨੂੰ ਬੜੀ ਮਹਾਨਤਾ ਦਿੱਤੀ ਹੈ। ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਜਪਣਾ ਦੁੱਗਣਾ ਚੌਗਣਾ ਫਲ ਹੋ ਜਾਂਦਾ ਹੈ। ਫਲ ਤਾਂ ਨਾਮ ਜਪਣ ਦਾ ਮਿਲਦਾ ਹੈ, ਪਰ ਜਿਹੜਾ ਮਨ ਟਿਕ ਕੇ ਮਨ ਵਿੱਚੋਂ ਆਵਾਜ਼ ਨਿਕਲੀ ਉਹ ਪਰਮਾਤਮਾ ਦੇ ਚਰਨਾਂ ਵਿੱਚ ਛੇਤੀ ਪਹੁੰਚ ਜਾਂਦੀ ਹੈ।
ਮਨ ਤੇਰਾ ਚਾਰ ਸਵੇਰੇ ਭੱਜਿਆ ਫਿਰਦਾ, ਗੁਰੂ ਮੂਹਰੇ ਅਰਦਾਸ ਕਰੀ ਜਾਣਾ, ਨਹੀਂ ਪ੍ਰਵਾਨ ਹੋਣੀ। ਮਨ ਟਿਕਾਓ ਵਿੱਚ ਆ ਗਿਆ, ਅਰਦਾਸ ਬੇਨਤੀ ਕਰ ਦਿੱਤੀ, ਸਤਿਗੁਰੂ ਜੀ ਕਹਿੰਦੇ ਫਿਰ ਉਹ ਅਰਦਾਸ ਪ੍ਰਵਾਨ ਹੋ ਜਾਣੀ। ਮਨ ਦੀ ਖੇਡ ਹੈ। ਇਸ ਕਰਕੇ ਅੰਮ੍ਰਿਤ ਵੇਲੇ ਗੁਰੂ ਦੀ ਬਖਸ਼ਿਸ਼ ਉਹਨਾਂ 'ਤੇ ਹੁੰਦੀ, ਜਿਹੜੇ ਉਹਨੂੰ ਪ੍ਰੀਤ ਪਿਆਰ ਕਰਦੇ, ਜਿਹੜੇ ਉਹਦੇ 'ਤੇ ਭਰੋਸਾ ਰੱਖਦੇ, ਜਿਹੜੇ ਉਹਦੇ 'ਤੇ ਵਿਸ਼ਵਾਸ ਕਰਦੇ। ਅੰਮ੍ਰਿਤ ਵੇਲੇ ਉੱਠ ਕੇ ਜਿਹੜੇ ਇਸ਼ਨਾਨ ਪਾਣ ਕਰਕੇ ਪਰਮਾਤਮਾ ਨੂੰ ਸਿਮਰਦੇ ਆ, ਸਤਿਗੁਰੂ ਜੀ ਕਹਿੰਦੇ ਉਹਨਾਂ 'ਤੇ ਬਖਸ਼ਿਸ਼ ਹੁੰਦੀ, ਕਿਰਪਾ ਹੁੰਦੀ ਹੈ। ਉਹ ਅਸਲ ਸ਼ੁਕਰਾਨਾ ਪਰਮਾਤਮਾ ਦਾ ਕਰਦੇ ਆ। ਅਸਲ ਸ਼ੁਕਰਾਨਾ ਕਿਵੇਂ? ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ, ਇਹੀ ਸਭ ਨੂੰ ਵੱਡਾ ਪਰਮਾਤਮਾ ਦਾ ਸ਼ੁਕਰਾਨਾ ਹੈ। ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਹੈ। ਤੈਨੂੰ ਸੋਹਣਾ ਸਰੀਰ ਦਿੱਤਾ, ਇਹਦਾ ਸ਼ੁਕਰਾਨਾ ਹੈ। ਸਵਾਸ ਮਿਲ ਰਹੇ ਆ, ਦੇ ਰਿਹਾ ਪਰਮਾਤਮਾ, ਉਹਦਾ ਸ਼ੁਕਰਾਨਾ ਹੈ। ਜਾਇਦਾਦ ਦਿੱਤੀ ਹੈ, ਦਾਤਾਂ ਦਿੱਤੀਆਂ, ਉਹਨਾਂ ਦਾ ਸ਼ੁਕਰਾਨਾ ਅਸਲ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ, ਸਤਿਗੁਰੂ ਦੇ ਦਰਸ਼ਨ ਕਰ, ਗੁਰੂ ਘਰ ਹਾਜ਼ਰੀ ਭਰ, ਇਹੀ ਅਸਲ ਸ਼ੁਕਰਾਨਾ ਹੈ। ਜੇ ਕਵੇਂ ਵੀ ਪਰਮਾਤਮਾ ਤਾਂ ਸਾਨੂੰ ਚੇਤੀ ਹੈ ਜੀ, ਮਨ ਸਾਫ ਚਾਹੀਦਾ, ਨਹੀਂ, ਸਤਿਗੁਰੂ ਜੀ ਕਹਿੰਦੇ ਕੋਈ ਡਿਸਪਲਿਨ ਵੀ ਹੁੰਦੇ ਆ, ਮਰਿਆਦਾ ਵੀ ਹੁੰਦੀ ਆ। ਹੁਣ ਕੋਈ ਬੱਚਾ ਸਕੂਲ ਵਿੱਚ ਪੜ੍ਹਦਾ ਹੈ, ਉਹ ਕਹੇ ਜੀ ਮੈਂ ਪੜ੍ਹਦਾ ਬਹੁਤ ਆ ਪਰ ਡਰੈਸ ਨਹੀਂ ਪਾ ਕੇ ਆਉਣੀ, ਮੈਂ ਪੜ੍ਹਦਾ ਬਹੁਤ ਆ ਪਰ ਟੀਚਰ ਦੀ ਨਹੀਂ ਮੰਨਣੀ, ਮੈਂ ਪੜ੍ਹਦਾ ਬਹੁਤ ਆ ਪਰ ਟਾਈਮ 'ਤੇ ਸਕੂਲ ਨਹੀਂ ਆਉਣਾ। ਫਿਰ ਉਹ ਸਕੂਲ ਵਾਲੇ ਕਹਿੰਦੇ ਵੀ ਨਹੀਂ, ਸਾਨੂੰ ਤੇਰੀ ਲੋੜ ਹੀ ਨਹੀਂ। ਇਸ ਕਰਕੇ ਗੁਰੂ ਘਰ ਦੀ ਮਰਿਆਦਾ ਹੈ, ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕਰ, ਸਤਿਗੁਰੂ ਦੇ ਦਰਸ਼ਨ ਦਿਦਾਰੇ ਕਰ, ਜੋ ਗੁਰੂ ਦਾ ਨੇਮ ਤੈਨੂੰ ਦੱਸਿਆ ਹੈ। ਜੇ ਪੜ੍ਹਿਆ ਲਿਖਿਆ ਤੇ ਨਾਮ ਜਪ, ਬਾਣੀ ਪੜ੍ਹ। ਜੇ ਸਤਿਗੁਰੂ ਦੀ ਕਿਰਪਾ ਨਹੀਂ ਪੜ੍ਹਿਆ ਤੇ ਕਹਿੰਦੇ ਫਿਰ ਪਰਮਾਤਮਾ ਦਾ ਨਾਮ ਜਪ। ਕੋਈ ਜੋ ਆਉਂਦਾ ਹੈ ਵਾਹਿਗੁਰੂ ਵਾਹਿਗੁਰੂ ਕਰ, ਮੂਲ ਮੰਤਰ ਕਰ, ਪਰ ਉਹ ਪਰਮਾਤਮਾ ਨਾਲ ਜ਼ਰੂਰ ਜੁੜ, ਉਹਦੀ ਯਾਦ ਵਿੱਚ ਜ਼ਰੂਰ ਜੁੜ। ਇਸ ਕਰਕੇ ਇਹੀ ਅਸਲ ਸ਼ੁਕਰਾਨਾ ਹੈ। ਅੱਜ ਦੇ ਮੁੱਖ ਵਾਕ ਅੰਦਰ ਸਤਿਗੁਰੂ ਪੰਜਮ ਪਾਤਸ਼ਾਹ ਸਾਨੂੰ ਇਸੇ ਤਰ੍ਹਾਂ ਦਾ ਹੀ ਮੁੱਖ ਵਾਕ ਬਖਸ਼ਦੇ ਆ ਕਿ ਜਿਸ ਪਰਮਾਤਮਾ ਨੇ ਤੇਰੇ 'ਤੇ ਇੰਨੀ ਕਿਰਪਾ ਕੀਤੀ ਹੈ, ਜਿਸ ਪਰਮਾਤਮਾ ਨੇ ਤੈਨੂੰ ਉੱਥੇ ਵੀ ਰੱਖਿਆ ਜਿੱਥੇ ਕਿਸੇ ਦੀ ਪਹੁੰਚ ਨਹੀਂ ਸੀ, ਉਹ ਪਰਮਾਤਮਾ ਦਾ ਸ਼ੁਕਰਾਨਾ ਸਦਾ ਹੀ ਕਰਦਾ ਰਹੇ, ਸਦਾ ਹੀ ਉਹਦੇ ਮੂਹਰੇ ਹੱਥ ਜੋੜ ਕੇ ਉਹਦਾ ਸ਼ੁਕਰ ਕਰਦਾ ਰਹੇ। ਸਤਿਗੁਰੂ ਜੀ ਉਚਾਰਨ ਕਰਦੇ ਹਨ, ਸੋਰਠ ਮਹੱਲਾ ਪੰਜਵਾ ਘਰ ਦੂਜਾ। ਰਾਗ ਸੋਰਠ ਹੈ, ਮਹੱਲਾ ਪੰਜਵਾਂ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕਰ ਰਹੇ ਹਨ। ਘਰ ਦੂਜੇ ਅੰਦਰ ਬਾਣੀ ਉਚਾਰਨ ਕਰ ਰਹੇ ਹਨ। ਸਤਿਗੁਰੂ ਜੀ ਉਚਾਰਨ ਕਰਦੇ ਹਨ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ। ਮਾਤ ਕਹਿੰਦੇ ਮਾਤਾ ਨੂੰ, ਮਾਤਾ ਦੇ ਗਰਭ ਵਿੱਚ ਪਰਮਾਤਮਾ ਨੇ ਕਿਰਪਾ ਕੀਤੀ ਤੇਰੇ 'ਤੇ, ਉੱਥੇ ਆਪਣਾ ਸਿਮਰਨ ਦੇ ਕੇ ਤੇਰੀ ਰੱਖਿਆ ਕੀਤੀ ਹੈ। ਆਪਾਂ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਨਾ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨਹੁ ਵਿਸਾਰੀ ਹੈ। ਮਨਹੁ ਕਿਉਂ ਵਿਸਾਰੀ ਹੈ? ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਹ ਪਰਮਾਤਮਾ ਪਰਮੇਸ਼ਰ ਕਿੱਡਾ ਸ਼ਕਤੀਸ਼ਾਲੀ ਹੈ। ਮਾਤਾ ਦੇ ਗਰਭ ਵਿੱਚ ਪੁੱਠਾ ਲਮਕਦਾ ਸੀ, ਸਿੱਧਾ ਵੀ ਨਹੀਂ ਸੀ, ਪੁੱਠਾ ਲਮਕਦਾ ਸੀ, ਤੇ ਉੱਥੇ ਵੀ ਪਰਮਾਤਮਾ ਨੇ ਤੇਰੀ 9 ਮਹੀਨੇ ਰੱਖਿਆ ਕੀਤੀ। ਤੇਰੇ ਸਵਾਸ ਚੱਲਦੇ ਸੀ, ਤੇਰਾ ਸਰੀਰ ਸਹੀ ਸੀ, ਉੱਥੇ ਵੀ ਪਰਮਾਤਮਾ ਨੇ ਕਿਰਪਾ ਕੀਤੀ। ਜਿੱਥੇ ਕੋਈ ਵਸਤੂ ਪਹੁੰਚ ਜਾਵੇ ਤੇ ਉਹਦੀ ਸਵਾਹ ਬਣ ਜਾਂਦੀ, ਉੱਥੇ ਪਰਮਾਤਮਾ ਨੇ ਤੈਨੂੰ 9 ਮਹੀਨੇ ਰੱਖਿਆ, ਉਹਦੀ ਕਿਰਪਾ ਨਾਲ ਹੀ ਰਿਹਾ ਸੀ। ਮਾਤ ਗਰਭ ਮੈਂ ਆਪਨ ਸਿਮਰਨ ਦੇ, ਕਿਉਂਕਿ ਉੱਥੇ ਪਰਮਾਤਮਾ ਚੇਤੇ ਸੀ, ਉੱਥੇ ਪਰਮਾਤਮਾ ਤੈਨੂੰ ਸਵਾਸ ਸਵਾਸ ਚੇਤੇ ਸੀ, ਸਦਾ ਉਹਦੇ ਨਾਲ ਲਿਵ ਲੱਗੀ ਹੋਈ ਸੀ। ਪਰ ਜਿਵੇਂ ਸੰਸਾਰ 'ਤੇ ਆਇਆ, ਜਨਮ ਲਿਆ, ਤੇ ਸਤਿਗੁਰੂ ਤੀਸਰੇ ਪਾਤਸ਼ਾਹ ਜੀ ਕਹਿੰਦੇ ਲਿਵ ਛੁੜ ਗਈ, ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਸਤਿਗੁਰੂ ਜੀ ਕਹਿੰਦੇ ਜਿਵੇਂ ਸੰਸਾਰ 'ਤੇ ਜਨਮ ਲਿਆ ਤੇ ਲਿਵ ਟੁੱਟ ਗਈ। ਇਸੇ ਕਰਕੇ ਬੱਚਾ ਰੋਂਦਾ ਹੈ ਨਾ, ਵੀ ਜਿਹੜਾ ਬੱਚਾ ਰੋਵੇ ਉਹਦੀ ਲਿਵ ਟੁੱਟਦੀ ਪਰਮਾਤਮਾ ਨਾਲੋਂ। ਵਿਦਵਾਨਾਂ ਦਾ ਕਥਨ ਹੈ, ਸਤਿਗੁਰੂ ਦੀ ਬਾਣੀ ਵੀ ਕਹਿੰਦੀ ਹੈ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਜਦੋਂ ਜਨਮ ਹੁੰਦਾ ਸੰਸਾਰ 'ਤੇ ਪਰਮਾਤਮਾ ਨਾਲੋਂ ਲਿਵ ਟੁੱਟਦੀ ਤੇ ਫਿਰ ਇਹ ਰੋਂਦਾ ਹੈ। ਐਸੇ ਮਹਾਂਪੁਰਖ ਸੰਸਾਰ 'ਤੇ ਹੋਏ, ਐਸੇ ਭਗਤ ਹੋਏ, ਐਸੇ ਫਕੀਰ ਹੋਏ, ਜਿਹੜੇ ਕਹਿੰਦੇ ਸੰਸਾਰ 'ਤੇ ਜਦੋਂ ਜਨਮ ਹੋਇਆ ਤੇ ਰੋਏ ਨਹੀਂ, ਤੇ ਉਹਨਾਂ ਦੀ ਲਿਵ ਉਵੇਂ ਹੀ ਲੱਗੀ ਰਹੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਤੇ ਕਹਿੰਦੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਨਾ, ਉਦੋਂ ਗੁਰੂ ਨਾਨਕ ਦੇਵ ਮਹਾਰਾਜ ਰੋਏ ਨਹੀਂ, ਕਿਉਂਕਿ ਉਹ ਤਾਂ ਆਪ ਪਰਮੇਸ਼ਰ ਸੀ, ਪਰਮਾਤਮਾ ਸੀ, ਰੋਏ ਨਹੀਂ। ਭਗਤਾਂ ਦਾ ਵੀ ਜ਼ਿਕਰ ਆਉਂਦਾ, ਕਈ ਐਸੇ ਭਗਤ ਹੋਏ ਸੰਸਾਰ 'ਤੇ ਜਦੋਂ ਉਹਨਾਂ ਦਾ ਜਨਮ ਹੋਇਆ ਰੋਏ ਨਹੀਂ, ਤੇ ਉਹਨਾਂ ਦੀ ਲਿਵ ਪਰਮਾਤਮਾ ਨਾਲ ਉਸੇ ਤਰ੍ਹਾਂ ਜੁੜੀ ਰਹੀ।
ਤੇ ਸਤਿਗੁਰੂ ਜੀ ਕਹਿੰਦੇ ਜਦੋਂ ਲਿਵ ਟੁੱਟਦੀ ਤੇ ਬੱਚਾ ਰੋਂਦਾ ਹੈ, ਜੇ ਲਿਵ ਲੱਗੀ ਰਵੇ ਤੇ ਫਿਰ ਰੋਂਦਾ ਨਹੀਂ ਹੈ। ਪਰ ਸੰਸਾਰ ਦਾ ਹੋਰ ਸੁਭਾਅ ਹੈ, ਸੰਸਾਰ ਸੋਚਦਾ ਜੀ ਰੋਇਆ ਨਹੀਂ ਕੋਈ ਗੱਲ ਹੋਣੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਮਾਤਾ ਦੇ ਗਰਭ ਵਿੱਚ ਉਦਰ ਵਿੱਚ ਉਸ ਪਰਮਾਤਮਾ ਨੇ ਤੈਨੂੰ ਆਪਣਾ ਸਵਾਸ ਸਵਾਸ ਸਿਮਰਨ ਦਿੱਤਾ ਹੋਇਆ ਸੀ, ਤਾਂ ਕਰਕੇ ਤੇਰੀ ਉੱਥੇ ਰਾਖੀ ਹੋ ਰਹੀ ਸੀ, ਤੈਨੂੰ ਖਾਣ ਨੂੰ ਆਹਾਰ ਮਿਲ ਰਿਹਾ ਸੀ, ਤੇਰਾ ਸਰੀਰ ਸਹੀ ਸਲਾਮਤ ਸੀ, ਕਿਉਂਕਿ ਤੇਰਾ ਪਰਮਾਤਮਾ ਨਾਲ ਪਿਆਰ ਸੀ, ਉੱਥੇ ਪ੍ਰੀਤ ਪਈ ਹੋਈ ਸੀ। ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਉੱਥੇ ਪਰਮਾਤਮਾ ਨੇ ਤੇਰੀ ਰਾਖੀ ਕੀਤੀ, ਤੈਨੂੰ ਆਪਣਾ ਸਿਮਰਨ ਦੇ ਕੇ, ਨਾਮ ਦੇ ਕੇ। ਪਾਵਕ ਸਾਗਰ ਥਾਹ ਲਹਿਰ ਮਹਿ ਤਾਰੋ ਤਾਰਨ ਹਾਰੇ। ਸਤਿਗੁਰੂ ਜੀ ਕਹਿੰਦੇ ਪਰ ਜਿਵੇਂ ਸੰਸਾਰ ਤੇ ਆਇਆ, ਲਿਵ ਟੁੱਟ ਗਈ ਤੇ ਸੰਸਾਰ ਦੇ ਪਦਾਰਥਾਂ ਨਾਲ ਇਹਦਾ ਚਿੱਤ ਲੱਗ ਗਿਆ, ਪ੍ਰੀਤ ਲੱਗ ਗਈ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨ ਪੁੱਛੈ ਜਾਤ, ਸਤਵੇਂ ਸੰਝ ਕੀਆ ਕਰਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ, ਨੌਵੇਂ ਧੌਲੇ ਉਬੇ ਸਾਹ, ਦੱਦਾ ਦਸਵਾਂ ਹੁਆ ਸਵਾਹ। 10 ਪੜਾਅ ਹੈ ਜ਼ਿੰਦਗੀ ਦੇ, 10 ਸਟੇਜਾਂ ਹਨ ਜ਼ਿੰਦਗੀ ਦੀਆਂ। 10 ਸਟੇਜਾਂ ਵਿੱਚ ਹੀ ਬੰਦੇ ਦੀ ਸਮਾਪਤੀ ਹੋ ਜਾਂਦੀ, ਖਤਮ ਹੋ ਜਾਂਦਾ ਹੈ। ਪਹਿਲੇ ਪਿਆਰ ਲੱਗਾ ਥਣ ਦੁੱਧ, ਪਹਿਲੀ ਅਵਸਥਾ ਵਿੱਚ ਮਾਂ ਦੇ ਦੁੱਧ ਨਾਲ ਪ੍ਰੀਤ ਪੈਂਦੀ, ਬੱਚਾ ਛੋਟਾ ਹੁੰਦਾ, ਦੁੱਧ ਤੋਂ ਬਿਨਾਂ ਸਾਰਦਾ ਨਹੀਂ। ਦੂਜੇ ਮਾਏ ਬਾਪ ਕੀ ਸੁੱਧ, ਦੂਜੀ ਅਵਸਥਾ ਜਦੋਂ ਹੁੰਦੀ ਕਹਿੰਦੇ ਮਾਂ ਪਿਓ ਦੀ ਸੁੱਧ ਹੋ ਜਾਂਦੀ ਹੈ, ਤੇ ਮਾਂ ਪਿਓ ਤੋਂ ਬਿਨਾਂ ਦੂਸਰੇ ਕਿਸੇ ਤੀਸਰੇ ਕੋਲ ਜਾਂਦਾ ਨਹੀਂ ਹੈ, ਕੇਵਲ ਮਾਂ ਪਿਓ ਪਛਾਣਨ ਲੱਗ ਗਿਆ। ਦੂਜੇ ਮਾਏ ਬਾਪ ਕੀ ਸੁੱਧ, ਤੀਜੇ ਭਈਆ ਭਾਬੀ ਬੇਬ, ਫਿਰ ਸਾਰਾ ਪਰਿਵਾਰ ਲਾਗੇ ਆਉਣ ਲੱਗ ਪੈਂਦਾ ਹੈ, ਭਾਈਆਂ ਨੂੰ ਪਛਾਣਨ ਲੱਗ ਜਾਂਦਾ, ਭਾਬੀਆਂ ਨੂੰ ਪਛਾਣਨ ਲੱਗ ਪੈਂਦਾ ਹੈ। ਬੇਬ ਕਹਿੰਦੇ ਬੇਬੇ ਭੈਣ ਨੂੰ ਪਛਾਣਨ ਲੱਗ ਪੈਂਦਾ ਹੈ, ਪਰਿਵਾਰ ਬਣਨ ਲੱਗ ਪਿਆ। ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਚੌਥੀ ਅਵਸਥਾ ਵਿੱਚ ਸਤਿਗੁਰੂ ਦੀ ਬਾਣੀ ਕਹਿੰਦੀ ਇਹਦਾ ਖੇਡਾਂ ਨਾਲ ਪਿਆਰ ਪੈ ਜਾਂਦਾ ਹੈ, ਤੇ ਇਹ ਇੰਨਾ ਖੇਡਦਾ ਹੈ ਕਈ ਵਾਰ ਰੋਟੀ ਵੀ ਭੁੱਲ ਜਾਂਦਾ ਹੈ, ਪ੍ਰਸ਼ਾਦਾ ਭੁੱਲ ਜਾਂਦਾ ਹੈ, ਘਰ ਭੁੱਲ ਜਾਂਦਾ ਹੈ। ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ। ਪੰਜਵੀਂ ਅਵਸਥਾ ਐਸੀ ਬਣਦੀ ਹੈ ਖਾਣ ਪੀਣ ਦੀ, ਅੰਦਰ ਪਿਆਸਾ ਲੱਗ ਜਾਂਦੀ ਹੈ। ਖਾਣ ਪੀਣ ਵਿੱਚ ਫਿਰ ਪਰਮਾਤਮਾ ਨੂੰ ਵੀ ਭੁੱਲ ਜਾਂਦਾ ਹੈ, ਕੀ ਖਾਣਾ ਕੀ ਛੱਡਣਾ ਇਹ ਵੀ ਭੁੱਲ ਜਾਂਦਾ ਹੈ। ਗੰਦ ਮੰਦ ਜੋ ਚਿੱਤ ਆਉਂਦਾ ਉਹ ਮੂੰਹ ਵਿੱਚ ਪਾਉਂਦਾ ਹੈ। ਸਤਿਗੁਰੂ ਜੀ ਕਹਿੰਦੇ ਐਸੀਆਂ ਵੀ ਚੀਜ਼ਾਂ ਇਹ ਮੂੰਹ ਵਿੱਚ ਪਾਉਂਦਾ ਜਿਹੜੀਆਂ ਪਸ਼ੂ ਡੰਗਰ ਖਾਂਦੇ ਨਹੀਂ, ਉਹ ਵੀ ਇਹ ਚੱਕ ਕੇ ਆਪਣੇ ਮੂੰਹ ਵਿੱਚ ਪਾਉਂਦਾ ਹੈ। ਸਤਿਗੁਰੂ ਜੀ ਦੂਸਰੇ ਪਾਸੇ ਬਾਣੀ ਅੰਦਰ ਕਹਿੰਦੇ ਹਰ ਮੰਦਰ ਇਹ ਸਰੀਰ ਹੈ, ਨਾਮ ਰਤਨ ਘਟ ਪ੍ਰਗਟ ਹੋਏ। ਇਹ ਸਰੀਰ ਤੈਨੂੰ ਸੋਹਣਾ ਹਰ ਮੰਦਰ ਦਿੱਤਾ ਸੀ, ਹਰੀ ਦਾ ਮੰਦਰ ਜਿੱਥੇ ਪਰਮਾਤਮਾ ਦਾ ਵਾਸ ਹੈ। ਇਹ ਸਰੀਰ ਨੂੰ ਤੂੰ ਕਬਾੜ ਬਣਾ ਲਿਆ, ਡਸਟਬਿਨ ਬਣਾ ਦਿੱਤਾ, ਜੋ ਚਿੱਤ ਕਰਦਾ ਉਹ ਚੱਕੇ ਦੇ ਵਿੱਚ ਪਾਈ ਜਾਂਦਾ ਹੈ। ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛਿਆ ਜਾਤ। ਛੇਵੀਂ ਅਵਸਥਾ ਵਿੱਚ ਇਹਦੇ ਕਾਮ ਸਿਰ ਚੜ੍ਹ ਜਾਂਦਾ ਹੈ। ਫਿਰ ਇਹ ਪਰਾਇਆ ਤਨ ਦੇਖਦਾ ਹੈ, ਮਾੜੀ ਨਿਗਾਹ ਹਮੇਸ਼ਾ ਰੱਖਦਾ ਹੈ। ਛੇਵੇਂ ਕਾਮ ਨਾ ਪੁੱਛਿਆ ਜਾਤ, ਸਤਵੇਂ ਸੰਝ ਕੀਆ ਕਰਵਾਸ। ਫਿਰ ਇਹਦਾ ਪਰਿਵਾਰ ਕੁਟੁੰਬ ਬਣਨ ਲੱਗ ਪਿਆ, ਸ਼ਾਦੀ ਹੋ ਗਈ, ਬੱਚਿਆਂ ਵਿੱਚ ਪ੍ਰੀਤ ਪੈ ਗਈ। ਸਤਵੇਂ ਸੰਝ ਕੀਆ ਘਰਵਾਸ, ਅੱਠਵੇਂ ਕ੍ਰੋਧ ਹੁਆ ਤਨ ਨਾਸ। ਅੱਠਵੀਂ ਅਵਸਥਾ ਕਹਿ ਲਈ 80 ਸਾਲ ਦੀ ਉਮਰ ਹੋ ਗਈ। ਕਹਿੰਦੇ ਜਦੋਂ 80 ਸਾਲ ਦੀ ਉਮਰ ਹੋਈ ਨਾ, ਤੇ ਇੱਕ ਪਾਸੇ ਮੰਜੇ ਤੇ ਘਰਦਿਆਂ ਨੇ ਬਹਾ ਦਿੱਤਾ। ਜਿਨ੍ਹਾਂ ਵਾਸਤੇ ਸਾਰਾ ਕੁਛ ਕਰਦਾ ਰਿਹਾ, ਰਾਤਾਂ ਨੂੰ ਜਾਗਦਾ ਰਿਹਾ, ਸਵਖਤੇ ਉੱਠ ਉੱਠ ਕੇ ਜਾਂਦਾ ਰਿਹਾ, ਉਹ ਅੱਜ ਇਹਦੀ ਬਾਤ ਨਹੀਂ ਪੁੱਛਦੇ, ਤੇ ਮੰਜੇ ਤੇ ਬੈਠਾ ਗੁੱਸੇ ਹੋਈ ਜਾਂਦਾ ਹੈ। ਕ੍ਰੋਧ ਨਾਲ ਇਹਦਾ ਤਨ ਆਪਣਾ ਹੀ ਸੜੀ ਜਾਂਦਾ ਹੈ। ਅੱਠਵੇਂ ਕ੍ਰੋਧ ਹੋਆ ਤਨ ਨਾਸ, ਕ੍ਰੋਧ ਨਾਲ ਤਨ ਨਾਸ ਹੋ ਜਾਂਦਾ ਹੈ। ਤੇ ਸਤਿਗੁਰੂ ਜੀ ਅੱਗੇ ਕਹਿੰਦੇ ਨੌਵੇਂ ਧੌਲੇ ਉਬੇ ਸਾਹ। ਨੌਵੀਂ ਅਵਸਥਾ ਸਰੀਰ ਤੇ ਸਾਰੇ ਤੇ ਚਿੱਟੇ ਵਾਲ ਆ ਗਏ, ਧੌਲੇ ਆ ਗਏ। ਤੇ ਯਾਦ ਰੱਖਿਓ ਜਿਹੜੇ ਵਾਲ ਆ ਨਾ, ਇਹ ਬੰਦੇ ਦੇ ਸਫੇਦ ਹੁੰਦੇ ਆ, ਜਾਨਵਰ ਦੇ ਨਹੀਂ ਹੁੰਦੇ। ਜਾਨਵਰ ਜੋ ਪੈਦਾ ਹੋਇਆ ਉਹ ਅੰਤ ਤੱਕ ਉਹੋ ਜਿਹਾ ਹੀ ਰਹਿੰਦਾ। ਇਹ ਤਾਂ ਨਹੀਂ ਆਪਾਂ ਦੇਖੀ ਵੀ ਬੱਕਰੀ ਕਾਲੀ ਪੈਦਾ ਹੋਈ ਤੇ ਅੰਤ ਵੇਲੇ ਜਦੋਂ ਬੁਢਾਪਾ ਉਹਦੇ ਤੇ ਆਇਆ ਤੇ ਚਿੱਟੀ ਹੋ ਗਈ। ਗਾਂ ਕਾਲੀ ਪੈਦਾ ਹੋਈ ਤੇ ਹੌਲੀ ਹੌਲੀ ਉਹਦੇ ਚਿੱਟੇ ਵਾਲ ਆਏ ਤੇ ਫਿਰ ਸਾਰੀ ਚਿੱਟੀ ਹੋ ਗਈ। ਨਹੀਂ, ਸਤਿਗੁਰੂ ਜੀ ਕਹਿੰਦੇ ਇਹ ਵੀ ਤੈਨੂੰ ਸਿੱਖਿਆ ਦੇਣ ਵਾਸਤੇ ਹੈ। ਭਗਤ ਜੀ ਬਾਣੀ ਅੰਦਰ ਕਹਿ ਰਹੇ ਆ, ਫਰੀਦਾ ਦੇਖ ਫਰੀਦਾ ਜੋਤੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਭਗਤ ਫਰੀਦ ਜੀ ਕਹਿੰਦੇ ਆਪਣੇ ਦਾੜੇ ਵੱਲ ਦੇਖ ਕੇ ਝਾਤ ਮਾਰਿਆ ਕਰ, ਕਾਲੀ ਸੀ ਚਿੱਟੀ ਹੋ ਗਈ। ਤੇ ਯਾਦ ਰੱਖੀ ਪਿੱਛਾ ਜਿੱਥੇ ਜਨਮ ਵਾਲਾ ਸਮਾਂ ਬੜੀ ਦੂਰ ਰਹਿ ਗਿਆ, ਤੇ ਅੱਗੋਂ ਅੱਗੇ ਜਾਣ ਵਾਲਾ ਸਮਾਂ ਲਾਗੇ ਆ ਰਿਹਾ ਹੈ। ਨੌਵੇਂ ਧੌਲੇ ਉਬੇ ਸਾਹ, ਦੱਦਾ ਦਸਵਾਂ ਹੁਆ ਸਵਾਹ। 10ਵੀਂ ਸਟੇਜ ਵਿੱਚ ਆ ਕੇ ਸਵਾਹ ਹੋ ਜਾਂਦਾ ਹੈ।
घर दे नूं चक के आपां जाणदे आ ਕਿਰਿਆ ਕਰਮ ਕਰ ਦਿੰਦੇ ਆ। ਤੇ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਨੂੰ ਕਦੇ ਨਹੀਂ ਚੇਤੇ ਕੀਤਾ। 10 ਅਵਸਥਾ ਵਿੱਚ ਸਟੇਜਾਂ ਵਿੱਚ ਸਾਰੀ ਉਮਰ ਬੀਤ ਗਈ, ਉਹਦੇ ਨਾਲ ਕਦੇ ਜੁੜਨ ਦਾ ਯਤਨ ਹੀ ਨਹੀਂ ਕੀਤਾ। ਅੰਮ੍ਰਿਤ ਵੇਲੇ ਚੌਂਕਣਾ ਮਾਰ ਕੇ ਕਦੇ ਉਹਦੀ ਯਾਦ ਵਿੱਚ ਬੈਠਾ ਹੀ ਨਹੀਂ, ਕਿਉਂਕਿ ਉਹ ਚੇਤੇ ਹੀ ਨਹੀਂ ਆਇਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਉਸ ਪਰਮਾਤਮਾ ਨੂੰ ਚੇਤੇ ਕਰੀ ਜਿਸ ਪਰਮਾਤਮਾ ਨੇ ਤੈਨੂੰ ਮਾਤਾ ਦੇ ਉਦਰ ਵਿੱਚ ਤੇਰੀ ਰਾਖੀ ਕੀਤੀ ਤੇ ਸੰਸਾਰ ਤੇ ਵੀ ਉਹ ਰਾਖੀ ਕਰਦਾ। ਪਾਵਕ ਸਾਗਰ ਅਥਾਹ ਲਹਿਰ ਮੈਂ, ਪਾਵਕ ਕਹਿੰਦੇ ਅੱਗ ਨੂੰ, ਸਾਗਰ ਕਹਿੰਦੇ ਸਮੁੰਦਰ ਨੂੰ, ਅਥਾਹ ਲਹਿਰ ਜਿਹਦੇ ਵਿੱਚ ਵੱਡੀਆਂ ਵੱਡੀਆਂ ਲਹਿਰਾਂ, ਜਿਵੇਂ ਆਪਾਂ ਸਮੁੰਦਰ ਵਿੱਚ ਦੇਖਦੇ ਹਾਂ ਜਦੋਂ ਤੂਫਾਨ ਆਉਂਦਾ ਐਡੀਆਂ ਐਡੀਆਂ ਉੱਚੀਆਂ ਲਹਿਰਾਂ ਬਣਦੀਆਂ, ਕਈ ਵਾਰ ਉਹ ਵੱਡੇ ਵੱਡੇ ਜਹਾਜ਼ ਵੀ ਡੋਬ ਕੇ ਰੱਖ ਦਿੰਦੀਆਂ। ਸਤਿਗੁਰੂ ਜੀ ਕਹਿੰਦੇ ਪਾਵਕ ਸਾਗਰ ਅੱਗ ਦਾ ਸਮੁੰਦਰ ਹੈ ਸੰਸਾਰ, ਤੇ ਇਹਦੇ ਵਿੱਚੋਂ ਬਚਣਾ ਸਾਡੇ ਵੱਸ ਦੀ ਗੱਲ ਨਹੀਂ। ਜਿਵੇਂ ਇੱਕ ਕਮਰਾ ਹੋਵੇ ਤੇ ਕਹਿੰਦੇ ਉਹ ਕਾਲਖ ਦੀਆਂ ਉਹਦੀਆਂ ਕੰਧਾਂ ਹੋਣ, ਕੰਧਾਂ ਨੂੰ ਕਾਲਖ ਲੱਗੀ ਹੋਵੇ ਤੇ ਉਹ ਕਮਰੇ ਦੀਆਂ ਕੰਧਾਂ ਕਾਲੀਆਂ ਹੋਣ ਤੇ ਉਸ ਕਮਰੇ ਵਿੱਚ ਹਨੇਰਾ ਹੋਵੇ ਤੇ ਵਿੱਚ ਦੀ ਚਿੱਟੇ ਵਸਤਰ ਪਾ ਕੇ ਲੰਘਣਾ ਹੋਵੇ, ਇਹ ਸੌਖੀ ਗੱਲ ਨਹੀਂ, ਲੰਘਿਆ ਨਹੀਂ ਜਾ ਸਕਦਾ। ਪਰ ਜੇ ਹੱਥ ਵਿੱਚ ਦੀਵਾ ਹੈ, ਟਾਰਚ ਹੈ, ਪ੍ਰਕਾਸ਼ ਹੈ, ਸਤਿਗੁਰੂ ਜੀ ਕਹਿੰਦੇ ਫਿਰ ਬੇਦਾਗ ਇਸ ਸੰਸਾਰ ਵਿੱਚੋਂ ਉਸ ਕਮਰੇ ਵਿੱਚੋਂ ਦੀ ਲੰਘ ਜਾਵੇਂਗਾ। ਜੇ ਤੇਰੇ ਕੋਲੇ ਪਰਮਾਤਮਾ ਦਾ ਸਿਮਰਨ ਹੈ, ਬੰਦਗੀ ਹੈ, ਜੇ ਉਹਨੂੰ ਯਾਦ ਕਰਦਾ ਤੇ ਸਤਿਗੁਰੂ ਜੀ ਕਹਿੰਦੇ ਸੰਸਾਰ ਵਿੱਚ ਰਹਿੰਦਾ ਹੋਇਆ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵੇਂਗਾ। ਆਪਾਂ ਪੜ੍ਹਦੇ ਹੁੰਦੇ ਹਾਂ ਨਾ, ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰ ਪਾਰਿਓ ਤਾਰਨਹਾਰ। ਗੁਰੂ ਨਾਨਕ ਦਾ ਨਾਮ ਜਹਾਜ਼ ਰੂਪ ਹੈ, ਉੱਤੇ ਜੇ ਕੋਈ ਚੜ੍ਹ ਗਿਆ ਤੇ ਉਹਨੇ ਪਾਰ ਲੰਘਾ ਦੇਣਾ। ਜਿਵੇਂ ਅਸੀਂ ਵਿਦੇਸ਼ ਜਾਣਾ ਹੋਵੇ ਤੇ ਜਹਾਜ਼ ਤੇ ਚੜ੍ਹਦੇ ਹਾਂ ਤੇ ਫਿਰ ਰਸਤੇ ਵਿੱਚ ਆਉਣ ਵਾਲੇ ਜੰਗਲਾਂ ਦਾ ਕੋਈ ਫਿਕਰ ਨਹੀਂ, ਸਮੁੰਦਰਾਂ ਦਾ ਕੋਈ ਫਿਕਰ ਨਹੀਂ, ਤੇ ਆਪਣੀ ਅਸੀਂ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨਾਨਕ ਰੂਪ ਨਾਮ ਜਹਾਜ਼ ਤੇ ਚੜ੍ਹ ਜਾਈ, ਗੁਰੂ ਨੇ ਪਾਰ ਲੰਘਾ ਦੇਣਾ। ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨਹਾਰੇ, ਕੇਵਲ ਤੇ ਕੇਵਲ ਪਰਮਾਤਮਾ ਤਾਰਨ ਵਾਲਾ ਵੱਡੀਆਂ ਵੱਡੀਆਂ ਲਹਿਰਾਂ ਤੋਂ, ਅੱਗ ਦੇ ਸਮੁੰਦਰ ਤੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਵਿਸ਼ੇ ਵਿਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਤੋਂ, ਕੇਵਲ ਤੇ ਕੇਵਲ ਪਰਮਾਤਮਾ ਬਚਾਉਣ ਵਾਲਾ ਹੈ। ਉਹਦੇ ਮੂਹਰੇ ਅਰਦਾਸ ਕਰੀਏ, ਸਤਿਗੁਰੂ ਜੀ ਤਾਰਨਹਾਰ ਵਾਹਿਗੁਰੂ ਜੀ ਕਿਰਪਾ ਕਰੋ, ਸਾਨੂੰ ਤਾਰ ਦਿਓ। ਤਾਰੋ ਤਾਰਨਹਾਰੇ ਮਾਧੋ ਤੂੰ ਠਾਕੁਰ ਸਿਰ ਮੋਰਾ, ਮਾਧੋ ਪਰਮੇਸ਼ਰ ਪਰਮਾਤਮਾ ਜੀ ਤੂੰ ਸਾਡੇ ਸਿਰ ਦਾ ਸਾਈਂ ਹੈ, ਸਾਡੇ ਤੇ ਕਿਰਪਾ ਕਰਨ ਵਾਲਾ। ਜੇ ਮਾਤਾ ਦੇ ਗਰਭ ਵਿੱਚ ਕਿਰਪਾ ਕੀਤੀ ਤੇ ਸੰਸਾਰ ਵਿੱਚ ਵੀ ਤੇਰੀ ਕਿਰਪਾ ਹੈ। ਜੇ ਤੁਰੇ ਫਿਰਦੇ ਆ, ਸਵਾਸ ਚੱਲ ਰਹੇ ਆ, ਤੁਰਿਆ ਫਿਰਦਾ, ਪਿੱਛੇ ਕਿਸੇ ਦੀ ਤਾਕਤ ਹੈ, ਇੰਨੇ ਝੱਖੜ ਚੁੱਲੇ ਕਦ ਦਾ ਢਹਿ ਜਾਂਦਾ। ਜੇ ਤੁਰਿਆ ਫਿਰਦਾ ਤੇ ਪਿੱਛੇ ਕਿਸੇ ਦੀ ਤਾਕਤ ਹੈ, ਉਸ ਤਾਕਤ ਨੂੰ ਪਛਾਣਿਆ ਕਰ, ਉਹਨੂੰ ਵਾਹਿਗੁਰੂ ਕਹਿੰਦੇ ਆ, ਉਹਨੂੰ ਪਰਮਾਤਮਾ ਕਹਿੰਦੇ ਆ। ਐਵੇਂ ਆਪਣੇ ਆਪ ਨੂੰ ਦਿੱਤੀਆਂ ਹੋਈਆਂ ਦਾਤਾਂ ਉਹਦੀਆਂ ਜਿਹੜੀਆਂ ਉਹਨਾਂ ਨੂੰ ਵੇਖ ਵੇਖ ਕੇ ਹੀ ਆਪਣੇ ਆਪ ਨੂੰ ਮੁੱਖ ਰੱਖੀ ਖੜਾ ਵੀ ਮੇਰੇ ਕੋਲ ਆ ਕੁਝ ਹੈ, ਮੇਰੇ ਕੋਲ ਆ ਕੁਝ ਹੈ। ਸਤਿਗੁਰੂ ਜੀ ਕਹਿੰਦੇ ਤੇਰੇ ਕੋਲੇ ਤਾਂ ਕੁਝ ਵੀ ਨਹੀਂ, ਖਸਮ ਮਰੈ ਤਉ ਨਾਰ ਨ ਰੋਵੈ, ਉਸ ਰਖਵਾਰੋ ਅਵਰੋ ਹੋਵੈ। ਸਤਿਗੁਰੂ ਜੀ ਬਾਣੀ ਅੰਦਰ ਕਹਿੰਦੇ ਜਦੋਂ ਇਹ ਦਾਤਾਂ ਦਾ ਸਾਈਂ ਜਾਂਦਾ ਸੰਸਾਰ ਤੋਂ, ਮਾਇਆ ਕਹਿ ਲਈਏ, ਜ਼ਮੀਨ ਦਾ ਜਾਇਦਾਦ ਜੋ ਵੀ ਬੰਦੇ ਕੋਲ ਹੈ ਜਾਂਦਾ ਹੈ, ਤੇ ਕਹਿੰਦੇ ਉਹ ਖਸਮ ਚਲਿਆ ਜਾਂਦਾ ਜਦੋਂ, ਤੇ ਨਾਰ ਰੋਂਦੀ ਨਹੀਂ। ਨਾਰ ਇੱਥੇ ਧਨ ਪਦਾਰਥ ਮਾਇਆ ਨੂੰ ਕਿਹਾ ਹੈ। ਸੰਸਾਰ ਵਿੱਚ ਕੱਲਾ ਪੈਸੇ ਨੂੰ ਮਾਇਆ ਨਹੀਂ ਕਿਹਾ, ਸਤਿਗੁਰੂ ਨੇ ਹਰ ਚੀਜ਼ ਨੂੰ ਮਾਇਆ ਕਿਹਾ ਜਿਹੜੀ ਤੈਨੂੰ ਪਰਮਾਤਮਾ ਨਾਲ ਤੋੜਦੀ ਹੈ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਰਹੋ ਵਿਚਾਰ, ਸਤਿਗੁਰੂ ਜੀ ਕਹਿੰਦੇ ਉਹ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਮਾਧੋ ਤੂੰ ਠਾਕੁਰ ਸਿਰ ਮੋਰਾ, ਜਦੋਂ ਜਾਨਾ ਤੂੰ ਸੰਸਾਰ ਤੋਂ ਤੇ ਇਹਨੂੰ ਕੋਈ ਫਰਕ ਨਹੀਂ ਪੈਂਦਾ, ਉਸ ਰਖਵਾਰੋ ਅਵਰੋ ਹੋਵੇ, ਕਿਉਂਕਿ ਉਹਨੂੰ ਸਾਂਭਣ ਵਾਲਾ ਅੱਗੇ ਤਿਆਰ ਬੈਠਾ ਹੁੰਦਾ ਹੈ। ਇਸ ਕਰਕੇ ਉਹ ਪਰਮਾਤਮਾ ਨੂੰ ਚੇਤੇ ਕਰਿਆ ਕਰ। ਮਾਧੋ ਤੂੰ ਠਾਕੁਰ ਸਿਰ ਮੋਰਾ, ਤੂੰ ਮੇਰੇ ਸਿਰ ਦਾ ਸਾਈਂ ਹੈ, ਤੂੰ ਕਿਰਪਾ ਕਰੀ, ਤੂੰ ਭੁੱਲੀ ਨਾ, ਨਾ ਵਿਸਰੀ ਨਾ ਵਿਸਾਰੀ, ਨਾ ਭੁੱਲੀ ਨਾ ਭੁਲਾਵੀਂ, ਸਦਾ ਚੇਤੇ ਰਹੀਂ। ਇਸ ਕਰਕੇ ਸਤਿਗੁਰੂ ਨੂੰ ਇਹ ਅਰਦਾਸ ਕਰਿਆ ਕਰੀਏ ਕਿ ਸਤਿਗੁਰੂ ਆਪਣੇ ਨਾਮ ਦਾ ਕਿਣਕਾ ਦੇ ਕੇ ਸਾਨੂੰ ਤੇਰੇ ਦਰ ਦੇ ਕੂਕਰਾਂ ਨੂੰ ਸ਼ਾਂਤ ਕਰ ਦਈ। ਹਮ ਕੂਕਰ ਤੇਰੇ ਦਰਬਾਰ ਭੌਂਕਹਿ ਆਗੇ ਬਦਨ ਪਸਾਰ। ਸਤਿਗੁਰੂ ਨੂੰ ਅਰਦਾਸ ਕਰੀ ਕਿ ਨਾਮ ਦੀ ਦਾਤ ਬਖਸ਼ਿਓ। ਇਹਾਂ ਉਹਾਂ ਤੁਹਾਰੋ ਧੋਰਾ, ਇਹਾਂ ਇਸ ਲੋਕ ਨੂੰ ਕਹਿੰਦੇ ਆ, ਉਹਾਂ ਪਰਲੋਕ ਨੂੰ ਕਹਿੰਦੇ ਆ। ਸਤਿਗੁਰੂ ਜੀ ਦੀ ਬਾਣੀ ਦਾ ਅਰਥ ਹੈ ਇਹਾਂ ਇਹ ਲੋਕ, ਉਹਾਂ ਪਰਲੋਕ। ਇਹਾਂ ਉਹਾਂ ਤੁਹਾਰੋ ਧੋਰਾ, ਇੱਥੇ ਤੇ ਪਰਲੋਕ ਵਿੱਚ। ਸਤਿਗੁਰੂ ਜੀ ਲੋਕ ਤੇ ਪਰਲੋਕ ਵਿੱਚ ਸਾਨੂੰ ਤੇਰਾ ਹੀ ਸਹਾਰਾ ਹੈ, ਤੇਰਾ ਹੀ ਆਸਰਾ ਹੈ। ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਆਸਰਾ ਹੈ ਵੀ ਨਹੀਂ, ਕੋਈ ਆਸਰਾ ਨਹੀਂ। ਇੱਥੇ ਤੇ ਉੱਥੇ ਪਰਮਾਤਮਾ ਦਾ ਹੀ ਸਹਾਰਾ ਹੈ। ਰਹਾਉ ਕੀਤੇ ਕੋ ਮੇਰਾ ਸਮਾਨੈ, ਕਰਨ ਹਾਰ ਤ੍ਰਿਣ ਜਾਣੈ। ਪਰਮਾਤਮਾ ਦੇ ਕੌਤਕ ਬੜੇ ਵੱਡੇ ਆ,
बड़े हैरान करने वाले आ। परमात्मा दे कौतक साडे सोच मंडल विच आउण वाले नहीं है, साडी बुद्धि विच आउण वाले नहीं है। कीते को मेरा समान असीं जिहड़े काम करदे आ, बड़े वड्डे मेरू पर्वत जिहड़े जिहड़े वड्डे सानूं लगदे ओ काम भी मैं आह काम कर दिता, आह काम कर दिता, पर करवाया तो परमेश्वर ने। वो परमात्मा दे कौतक उदों भी वड्डे हन। करनहार तृण जाना है, वो करनहार परमेश्वर परमात्मा दे तां जिहड़े तूं कार विहार करदा, कुछ भी करदा, वो तिणके बरोबर है। तिणका किन्ना क बरीक हुंदा उहदे बरोबर है। इस करके करनहार तृण जाना, करनहार दे तिणके बरोबर है। बंदा बहुत कुछ करदा संसार ते, बड़े उच्चे अहुदे मुकाम हासिल कर लैंदा है, पर सतगुरु जी कहते परमात्मा वास्ते तो तिणके बरोबर है। तू भावें किड्डा भी बन गया, जो कुछ कर दिता, जो मर्जी कर दिता, पर वो परमात्मा दे तिणके बरोबर है। तू दाता मांगन को सगली, दान देह प्रभ भानै। वाहिगुरु जी तू दाता है ते सारा संसार तेरे तो मंगण वाला है। तू दाता मांगण को सगली, सारी कायनात उस परमात्मा तो ही मंगदी, कला बंदा नहीं। बंदा तो सानू दिस जाता है भी हथ जोड़ के खड़ा परमात्मा मूरे मंग रहा, अरदास कर रहा। सारी कायनात ही उस परमात्मा तो मंगदी है। जीआ जंतु भी उसे तो मंगते हैं, धरती भी उहदे तो मंगदी है, चंद सूरज आकाश भी उहदे तो मंगते हैं, सारा संसार सगली उहदे तो ही मंग रहे हैं। तू दाता मांगण को सगली, दान दे प्रभ भानै। वाहिगुरू जी किरपा तू उहदे ते करदा, दान उहनूं दिना जिहदे ते तुरठ पैना, जिहदे ते किरपा करदा है। उहनूं दात मिल जांदी, उहनूं दान मिल जांदा है। दान दे प्रभ भानै, खिन मह अवर खिन मह अवरा, अचरज चलत तुम्हारे। खिन कहंदे अख दे झमकण जिन्ने समय नूं सब नूं थोड़ा समा मन्निया, अख दे झमकण जिन्ने समा जिहड़ा अख झमक लई खिन बन गया। खिन मह अवर, वो परमात्मा खिन विच कुछ दा कुछ कर सकदा है। खिन विच ये धरती फना करके खत्म करके दोबारा इनू उस तरह ही साज सकता है। एक सैकंड के 100वें हिस्से विच अख दे झमकण जिन्ने समय अंदर इन्नी पावर परमात्मा परमेश्वर वो मालक है। खिन मह अवर खिन मह अवरा, खिन विच कुछ कर देवे, खिन विच कुछ कर देवे, कोई पता नहीं, तेरे कौतकां दा अंत नहीं। खिन मह अवरा, अचरज चलत तुम्हारे। तेरे कौतक हैरान करन वाले परमात्मा जी, तू साडी सोच मंडल विच आउण वाला नहीं है। तेरे कौतक हैरान करन वाले, अचरज चलत तुम्हारे। रूड़ो गूड़ो गहर गंभीरो, ऊंचो अगम पारे। रूड़ो तेरे गुणा दा अंत नहीं, रूड़ो गूड़ो तू इन्ना गूढ़ा है, तू बेअंत है। गहर गंभीरो तू इन्ना उच्चा है, तू बेअंत है, तेरे तक पहुँचना भी साढ़े वस की गल नहीं। गंभीरो तू इन्ने वड्डे जिगरे वाला है, बहुत उच्चा ते सुच्चा है, तेरे तक पहुँचना। अगम अपारे, अगम कहते जिदा कोई अंत ना होवे। अपारे सारे शब्द ही सतगुरु की बाणी विच उपमा विच लिखी है भी तेरा कोई अंत नहीं है। साध संग जो तुम्हें मिलायो, तो सुनी तुम्हारी बाणी। साध संग दे विच आके जिहड़ा बाणी सुनदा है, बाणी नाल चित जोड़दा है, परमात्मा दे चरनां नाल चित जोड़दा है। साध संग जो तुम्हें मिलायो, तो सुनी तुम्हारी बाणी। आनंद पया पेखत ही नानक, प्रताप पुरख निर्बाणी। सतगुरु जी कहते उन्होंने सच्चा लाहा, सच्चा आनंद प्राप्त होंदा है जिहड़ा साध संगत विच जुड़दा है। साध संगत नूं बड़ी महानता दित्ती है। साध संगत विच आके पापी भी निर्मल उज्जल हो जाते हैं। साध विच आके पाप धुप जाते हैं, विकार धुप जाते हैं, अवगण धुप जाते हैं, तो सतगुरु जी कहते अंदर आनंद बन जाता। आनंद पया पेखत ही नानक, प्रताप पुरख निर्बाणी। सतगुरु की बाणी च पावर है। जो भी बाणी नाल सिमरन नाल जुड़दा है, ਉਹਦੇ ਤੇ ਬਖਸ਼ਿਸ਼ ਹੁੰਦੀ, ਕਿਰਪा ਹੁੰਦੀ है, रहमत ਹੁੰਦੀ है, ਉਹਦੇ अंदर आनंद बन जाता है। सच्चा आनंद यही है कि परमात्मा का नाम जप के जीवन को सफला करके जाना। महारस ये है कि परमात्मा का नाम जपीए, सिमरन करिए। दुनिया ਦੀਆਂ ਦਾਤਾਂ ਤਾਂ गुजारे वास्ते है, परमात्मा का नाम जपना यही सच्चा आनंद है, यही सच्चा लाहा है। परमेश्वर परमात्मा के चरणों नाल जुड़ के जीवन सफला होंदा है जी। यही सच्चा शुकराना है। जिवें आपां शुरू विच विचार कीती सी, शुकराना परमात्मा का नाम जप के होंदा है।
ਜਿਸ ਪਰਮਾਤਮਾ ਨੇ ਮਾਤਾ ਦੇ ਉਦਰ ਵਿੱਚ ਲਾਜ ਰੱਖੀ, ਉਹਦੇ ਮੂਹਰੇ ਹੱਥ ਜੋੜ ਕੇ ਹਮੇਸ਼ਾ ਸ਼ੁਕਰਾਨਾ ਕਰਦਾ ਰਹੀਂ। ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਮੁੱਖ ਵਾਕ। ਆਪ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸ਼ਰਵਣ ਕੀਤਾ ਜੀ। ਗਲਤੀਆਂ ਭੁੱਲਾਂ ਦੀ ਖਿਮਾ, ਆਸੀਸ ਦੇਣੀ ਦੇਹੋ ਸੱਜਣ ਆਸੀਸੜੀਆਂ, ਜੇ ਹੋਵੇ ਸਾਹਿਬ ਸਿਉ ਮੇਲ। ਬੁਲਾਓ ਫਤਿਹ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।